ਭੰਗੀ ਪੈਣ ਦਾ ਕਹਿੰਦੇ ਨੇ ਕਿ ਹਰੀ ਸਿੰਘ ਭੰਗੀ ਖੁਦ ਭੰਗ ਪੀਂਦਾ। ਇਸ ਤਰੀਕੇ ਨਾਲ ਹੌਲੀ ਹੌਲੀ ਉਹਨਾਂ ਦੇ ਜਿਹੜੇ ਸੈਨਿਕ ਕਹਿ ਲਓ ਜਾਂ ਉਹਨਾਂ ਦੇ ਸਾਥੀ ਕਹਿ ਲਓ, ਉਹਨਾਂ ਦੀ ਤਾਦਾਦ ਜਿਹੜੀ ਸੀਗੀ ਉਹ ਤਕਰੀਬਨ 20,000 ਹੋ ਗਈ। ਤੇ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਰਣਜੀਤ ਦੇਵ ਨੇ ਆਪਣਾ ਕਾਸਿਦ ਭੇਜਿਆ ਤੇ ਉਸਨੇ ਹਰੀ ਸਿੰਘ ਨੂੰ ਕਿਹਾ ਕਿ ਤੁਸੀਂ ਖੁਦ ਵੀ ਤੁਸੀਂ ਸਾਡੇ ਇਲਾਕੇ 'ਚ ਨਾ ਆਇਓ ਤੇ ਜੱਸਾ ਸਿੰਘ ਆਹਲੂਵਾਲੀਆ ਨੂੰ ਵੀ ਕਹਿ ਦਿਓ ਕਿ ਸਾਡੇ ਤੇ ਹਮਲਾ ਨਾ ਕੀਤਾ ਜਾਵੇ ਤੇ ਅਸੀਂ ਤੁਹਾਨੂੰ ਜਿਹੜਾ ਹੈ ਸਾਲਾਨਾ ਪੈਸਾ ਜਿਹੜਾ ਹੈਗਾ ਤਕਰੀਬਨ 10,000 ਰੁਪਏ ਸਾਲਾਨਾ ਕਿਹਾ ਜਾਂਦਾ ਹੈ ਕਿ ਉਹ ਉਹਨਾਂ ਨੇ ਦੇਣਾ ਮੰਨ ਲਿਆ। ਇਸ ਕਰਕੇ ਅੱਜ ਵੀ ਇਹ ਇੱਕ ਰਹੱਸ ਬਣਿਆ ਹੋਇਆ ਹੈ ਕਿ ਉਹਨਾਂ ਦਾ ਜੇਕਰ ਕਤਲ ਹੋਇਆ ਸੀ ਤਾਂ ਉਹ ਕਿਸ ਨੇ ਕੀਤਾ ਸੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਗੋਲਡਨ ਗੁਰਬਾਣੀ ਚੈਨਲ ਦੇ ਪ੍ਰੋਗਰਾਮ ਸਫੇ ਇਤਿਹਾਸ ਦੇ ਵਿੱਚ ਤੇ ਮੈਂ ਹਾਂ ਹਰਮੀਤ ਕੌਰ। ਦਰਸ਼ਕੋ, ਜਿਵੇਂ ਕਿ ਅਸੀਂ ਆਪਣੇ ਪਿਛਲੇ ਐਪੀਸੋਡ 'ਚ ਤੁਹਾਡੇ ਨਾਲ ਆਹਲੂਵਾਲੀਆ ਮਿਸਲ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ਤੇ ਅੱਜ ਉਸੇ ਹੀ ਜਾਣਕਾਰੀ ਨੂੰ ਵਧੇਰੇ ਸਾਂਝੀ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਅਮਰਜੀਤ ਸਿੰਘ ਦੇਵ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ। ਬਹੁਤ ਬਹੁਤ ਸ਼ੁਕਰੀਆ ਸਰ। ਜਿਵੇਂ ਕਿ ਪਿਛਲੀ ਮਿਸਲ ਬਾਰੇ ਤੁਸੀਂ ਸਾਨੂੰ ਵਿਸਥਾਰ 'ਚ ਬਹੁਤ ਵਧੀਆ ਜਾਣਕਾਰੀ ਦਿੱਤੀ ਸੀਗੀ ਤੇ ਅੱਜ ਆਪਾਂ ਆਪਣੇ ਦਰਸ਼ਕਾਂ ਨਾਲ ਕਿਹੜੀ ਮਿਸਲ ਦੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਜੀ। ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਅੱਜ ਅਸੀਂ ਭੰਗੀ ਮਿਸਲ ਬਾਰੇ ਗੱਲ ਕਰਾਂਗੇ ਜੀ। ਭੰਗੀ ਮਿਸਲ ਬਾਰੇ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਜ਼ਮਾਨੇ 'ਚ ਚਲੇ ਜਾਂਦੇ ਹਾਂ ਤੇ ਗੱਲ ਉੱਥੋਂ ਹੀ ਸਟਾਰਟ ਹੁੰਦੀ ਹੈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਥਾਪਨਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਆਏ ਸਨ ਤੇ ਇੱਥੇ ਆ ਕੇ ਉਹਨਾਂ ਨੇ ਇੱਕ ਫੌਜ ਖੜੀ ਕੀਤੀ ਸੀ। ਉਹਨਾਂ ਦੀ ਫੌਜ ਦੇ ਵਿੱਚ ਸ਼ਾਮਿਲ ਹੋਣ ਵਾਲੇ ਕੁਝ ਸ਼ਖਸ ਉਹ ਸਨ ਜਿਹੜੇ ਬਾਅਦ ਵਿੱਚ ਮਿਸਲਾਂ ਦੇ ਸਰਦਾਰ ਬਣੇ ਤੇ ਭੰਗੀ ਮਿਸਲ ਦੀਆਂ ਜੜ੍ਹਾਂ ਵੀ ਉਸੇ ਦੇ ਨਾਲ ਜਾ ਕੇ ਜੁੜਦੀਆਂ ਨੇ ਜੀ। ਸਰ, ਭੰਗੀ ਮਿਸਲ ਦਾ ਅਸਲ ਸੰਸਥਾਪਕ ਕੌਣ ਸੀ ਤੇ ਉਹਨਾਂ ਦੇ ਪਿਛੋਕੜ ਬਾਰੇ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਜੀ। ਜਿੱਥੋਂ ਤੱਕ ਪਿਛੋਕੜ ਦੀ ਗੱਲ ਹੈ, ਮੈਂ ਹੁਣੇ ਜ਼ਿਕਰ ਕੀਤਾ ਹੈ ਕਿ ਅੰਮ੍ਰਿਤਸਰ ਤੋਂ ਤਕਰੀਬਨ 12 ਕਿਲੋਮੀਟਰ ਦੂਰ ਇੱਕ ਪਿੰਡ ਪੈਂਦਾ ਹੈ ਪੰਜਵੜ ਜੀ। ਉਸ ਪਿੰਡ ਦੇ ਵਿੱਚ ਇੱਕ ਜੱਟ ਰਹਿੰਦਾ ਸੀਗਾ, ਛੱਜਾ ਸਿੰਘ ਉਹਦਾ ਨਾਮ ਸੀ ਜੀ। ਛੱਜਾ ਸਿੰਘ ਨੂੰ ਦਰਅਸਲ ਇੱਕ ਤਾਂ ਉਹ ਸਰੀਰਕ ਪੱਖੋਂ ਬਹੁਤ ਜ਼ਿਆਦਾ ਤਗੜਾ ਸੀ ਤੇ ਦੂਸਰਾ ਉਹ ਯੋਧਾ ਵੀ ਬਣ ਚੁੱਕਿਆ ਸੀਗਾ ਕਿਉਂਕਿ ਉਸਨੂੰ ਸ਼ੌਕ ਸੀਗਾ ਕਿ ਉਹ ਮੁਗਲਾਂ ਦੇ ਨਾਲ ਟੱਕਰ ਲਵੇ ਜਾਂ ਅਫਗਾਨਾਂ ਦੇ ਨਾਲ ਟੱਕਰ ਲਵੇ ਜਾਂ ਉਸ ਵੇਲੇ ਜੋ ਵੀ ਦੌਰ ਚੱਲ ਰਿਹਾ ਸੀਗਾ ਸਿੱਖ ਪੰਥ ਦੇ ਜਿਹੜੇ ਵੀ ਵੈਰੀ ਸਨ ਉਹਨਾਂ ਦੇ ਨਾਲ ਟਕਰਾਉਣ ਲਈ ਉਹ ਹਮੇਸ਼ਾ ਤਿਆਰ ਰਹਿੰਦਾ ਸੀ। ਤੇ ਇਸੇ ਦੌਰਾਨ ਉਸਦਾ ਜਿਹੜਾ ਹੈਗਾ ਉਸਨੂੰ ਸਾਥ ਮਿਲਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਤੇ ਉਹਨਾਂ ਨੇ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਕੋਲੋਂ ਹੀ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਸੀਗਾ। ਉਸ ਤੋਂ ਮਗਰੋਂ ਉਹ ਪੱਕਾ ਸਿੱਖ ਹੋ ਗਿਆ। ਜਦੋਂ ਉਹ ਚੰਗੇ ਤਰੀਕੇ ਨਾਲ ਸਥਾਪਿਤ ਹੋ ਗਿਆ ਤੇ ਉਹ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਵਿੱਚ ਹਿੱਸਾ ਲੈਣ ਲੱਗ ਪਿਆ ਤੇ ਐਸੇ ਤਰੀਕੇ ਨਾਲ ਹੌਲੀ ਹੌਲੀ ਉਹ ਇੰਨਾ ਕੁ ਤਾਕਤਵਰ ਹੋ ਗਿਆ ਤੇ ਉਹਦੀ ਇੰਨੀ ਕੁ ਪਛਾਣ ਵੱਧ ਗਈ ਕਿ ਇੱਕ ਗਰੁੱਪ ਦਾ ਇੱਕ ਦਲ ਦਾ ਨੇਤਾ ਬਣ ਗਿਆ ਤੇ ਉਹੀ ਜਿਹੜਾ ਦਲ ਸੀ ਬਾਅਦ ਦੇ ਵਿੱਚ ਉਹੀ ਦਲ ਜਿਹੜਾ ਸੀ ਉਹ ਭੰਗੀ ਮਿਸਲ ਦਾ ਰੂਪ ਧਾਰਨ ਕਰ ਗਿਆ ਤੇ ਕਿਹਾ ਜਾ ਸਕਦਾ ਹੈ ਕਿ ਛੱਜਾ ਸਿੰਘ ਹੀ ਅਸਲ 'ਚ ਨੀਂਹ ਰੱਖਣ ਵਾਲਾ ਸੀ ਜਿਸਨੇ ਭੰਗੀ ਮਿਸਲ ਦੀ ਜਿਹੜੀ ਨੀਂਹ ਰੱਖੀ ਸੀਗੀ। ਇਹ ਗੱਲ ਵੱਖਰੀ ਹੈ ਕਿ ਉਹਦਾ ਜਿਹੜਾ ਅੱਗੇ ਵਿਸਤਾਰ ਹੋਇਆ ਹੈ ਉਹ ਹੋਰ ਦੂਜੇ ਜਿਹੜੇ ਸਰਦਾਰ ਸੀ ਉਹਨਾਂ ਨੇ ਵੀ ਕੀਤਾ। ਫਿਰ ਸਰ, ਜੇ ਵਿਸਤਾਰ ਦੀ ਗੱਲ ਕਰੀਏ ਤਾਂ ਭੰਗੀ ਮਿਸਲ ਦਾ ਵਿਸਤਾਰ ਕਿਸਨੇ ਕੀਤਾ ਸੀ ਤੇ ਉਹਦਾ ਨਾਮ ਭੰਗੀ ਕਿਵੇਂ ਪਿਆ ਜੀ? ਜਿੱਥੋਂ ਤੱਕ ਤਾਂ ਗੱਲ ਹੈ ਭੰਗੀ ਪੈਣ ਦਾ, ਕਹਿੰਦੇ ਨੇ ਕਿ ਹਰੀ ਸਿੰਘ ਭੰਗੀ ਖੁਦ ਭੰਗ ਪੀਂਦਾ ਹੁੰਦਾ ਸੀ। ਉਹਨਾਂ ਦਿਨਾਂ ਦੇ ਵਿੱਚ ਇਸ ਨੂੰ ਕੋਈ ਐਡਾ ਵੱਡਾ ਨਸ਼ਾ ਨਹੀਂ ਸੀ ਮੰਨਿਆ ਜਾਂਦਾ ਤੇ ਖੇਤਾਂ ਵਿੱਚ ਕੰਮ ਕਰਨ ਵਾਸਤੇ ਵੀ ਲੋਕ ਭੰਗ ਪੀ ਕੇ ਗਰਮੀ ਦੇ ਦਿਨਾਂ 'ਚ ਵਾਢੀ ਕਰਨ ਲੱਗ ਪੈਂਦੇ ਸੀਗੇ ਤਾਂ ਕਿ ਗਰਮੀ ਦਾ ਅਸਰ ਨਾ ਹੋਵੇ ਤੇ ਉਹ ਭੰਗ ਪੀਣ ਕਰਕੇ ਹੀ ਉਹਨਾਂ ਨੂੰ ਲੋਕ ਭੰਗੀ ਕਹਿਣ ਲੱਗ ਪਏ ਤੇ ਉਹ ਵੀ ਇਸ ਕਰਕੇ ਜ਼ਿਆਦਾ ਹੋਇਆ ਕਿ ਜਦੋਂ ਇਹਨਾਂ ਤੋਂ ਬਾਅਦ ਛੱਜਾ ਸਿੰਘ ਤੋਂ ਬਾਅਦ ਜਦੋਂ ਭੀਮ ਸਿੰਘ ਜਿਹੜਾ ਹੈ ਉਹਨਾਂ ਨੇ ਇਹ ਵਾਗਡੋਰ ਸੰਭਾਲੀ ਹੈਗੀ ਹੈ ਇਸ ਭੰਗੀ ਮਿਸਲ ਦੀ ਤੇ ਭੀਮ ਸਿੰਘ ਵੀ ਖੁਦ ਇਸ ਤਰ੍ਹਾਂ ਦੇ ਹੀ ਸੀਗੇ ਤੇ ਭੀਮ ਸਿੰਘ ਤਗੜੇ ਬਹੁਤ ਸੀ। ਵੈਸੇ ਉਹਨਾਂ ਨੂੰ ਕੁਝ ਲੋਕ ਭੂਮ ਸਿੰਘ ਵੀ ਕਹਿੰਦੇ ਨੇ ਤੇ ਉਹਨਾਂ ਨੇ ਫਿਰ ਭੀਮ ਸਿੰਘ ਜਿਹੜੇ ਸੀ ਉਹਨਾਂ ਤੋਂ ਬਾਅਦ ਕੀ ਹੋਇਆ ਕਿ ਭੰਗੀ ਮਿਸਲ ਦਾ ਜਿਹੜਾ ਪ੍ਰਭਾਵ ਸੀਗਾ ਨੇੜੇ ਤੇੜੇ ਦੇ ਖੇਤਰਾਂ ਵਿੱਚ ਬਹੁਤ ਜ਼ਿਆਦਾ ਵੱਧ ਗਿਆ ਸੀਗਾ ਤੇ ਇੰਨਾ ਕੁ ਜ਼ਿਆਦਾ ਵੱਧ ਗਿਆ ਕਿ
ਲੋਕਾਂ ਨੂੰ ਇਹ ਲੱਗਣ ਲੱਗਿਆ ਕਿ ਜੇਕਰ ਉਹ ਭੰਗੀ ਮਿਸਲ ਦੇ ਨਾਲ ਜੁੜ ਜਾਣਗੇ ਤਾਂ ਉਹਨਾਂ ਦਾ ਵੀ ਬਹੁਤ ਜ਼ਿਆਦਾ ਲਾਭ ਹੋਏਗਾ। ਇਸ ਕਰਕੇ ਉਹਨਾਂ ਦੇ ਮੈਂਬਰਾਂ ਦੀ ਤਾਦਾਦ ਜਿਹੜੀ ਹੈਗੀ ਉਹ ਦਿਨ ਬ ਦਿਨ ਅੱਗੇ ਵੱਧਦੀ ਚਲੀ ਗਈ। ਸਰ, ਉਸ ਸਮੇਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਆਪਾਂ ਗੱਲ ਕਰੀਏ ਕਿ ਭੰਗੀ ਮਿਸਲ ਦੀ ਆਰਥਿਕ ਹਾਲਤ ਕਿਵੇਂ ਦੀ ਸੀ ਤੇ ਉਹਨਾਂ ਦੀ ਆਮਦਨੀ ਦਾ ਸਰੋਤ ਕੀ ਸੀ? ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਛੱਜਾ ਸਿੰਘ ਤੋਂ ਬਾਅਦ ਭੀਮ ਸਿੰਘ ਤੋਂ ਬਾਅਦ ਹਰੀ ਸਿੰਘ ਨੇ ਜਦੋਂ ਇਸ ਮਿਸਲ ਦੇ ਨੇਤਾ ਬਣੇ ਨੇ, ਉਹਨਾਂ ਨੇ ਸਾਰਾ ਕਾਰਜਭਾਰ ਸੰਭਾਲਿਆ ਹੈ, ਤਾਂ ਉਹਨਾਂ ਨੇ ਮਿਸਲ ਦੇ ਵਿਸਤਾਰ ਵੱਲ ਬਹੁਤ ਜ਼ਿਆਦਾ ਧਿਆਨ ਦਿੱਤਾ। ਇਸ ਕਰਕੇ ਉਹ ਆਪਣਾ ਦਬਦਬਾ ਬਣਾਉਣ ਲਈ ਨਾ ਸਿਰਫ ਉਹਨਾਂ ਇਲਾਕਿਆਂ ਤੇ ਹਮਲੇ ਕਰਦੇ ਸਨ ਜਿੱਥੇ ਕਿ ਮੁਗਲਾਂ ਦਾ ਰਾਜ ਹੁੰਦਾ ਸੀਗਾ, ਬਲਕਿ ਉਹਨਾਂ ਇਲਾਕਿਆਂ ਤੇ ਵੀ ਜਾ ਕੇ ਹਮਲੇ ਕਰ ਦਿੰਦੇ ਸਨ ਜਿੱਥੇ ਕਿ ਜਿਹੜੇ ਇਲਾਕੇ ਖਾਲੀ ਪਏ ਸਨ। ਇਸ ਤਰੀਕੇ ਨਾਲ ਹੌਲੀ ਹੌਲੀ ਉਹਨਾਂ ਦੇ ਜਿਹੜੇ ਸੈਨਿਕ ਕਹਿ ਲਓ ਜਾਂ ਉਹਨਾਂ ਦੇ ਸਾਥੀ ਕਹਿ ਲਓ, ਉਹਨਾਂ ਦੀ ਤਾਦਾਦ ਜਿਹੜੀ ਸੀਗੀ ਉਹ ਤਕਰੀਬਨ 20,000 ਹੋ ਗਈ ਸੀਗੀ। ਹੁਣ 20,000 ਸੈਨਿਕਾਂ ਨੂੰ ਜੇਕਰ ਕਿਸੇ ਨੇ ਕੋਈ ਤਨਖਾਹ ਵੀ ਦੇਣੀ ਹੈ ਤਾਂ ਉਸ ਦੇ ਲਈ ਵੀ ਪੈਸਾ ਚਾਹੀਦਾ। ਇਸ ਲਈ ਉਹਨਾਂ ਨੇ ਕੀ ਕੀਤਾ ਕਿ ਮੁਗਲਾਂ ਦੇ ਖਜ਼ਾਨਿਆਂ ਦੇ ਉੱਤੇ ਜਾ ਕੇ ਹਮਲਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਇਸੇ ਦੌਰਾਨ ਉਹਨਾਂ ਨੇ ਸਿਆਲਕੋਟ ਹੈ, ਝੰਗ ਹੈ, ਮੀਰੋਵਾਲ ਹੈ, ਕਾਰੇਆਲ ਹੈ, ਇਹਨਾਂ ਜਗ੍ਹਾ ਦੇ ਉੱਤੇ ਉਹਨਾਂ ਨੇ ਜਾ ਕੇ ਕਬਜ਼ਾ ਵੀ ਕਰ ਲਿਆ ਸੀਗਾ। ਤੇ ਇੱਥੋਂ ਜੋ ਵੀ ਮਾਲ ਮਿਲਿਆ ਉਹ ਸਾਰਾ ਉਹਨਾਂ ਦੀ ਆਮਦਨੀ ਦਾ ਹੀ ਸਾਧਨ ਸੀ। ਕਹਿ ਸਕਦੇ ਹਾਂ ਕਿ ਕਾਫੀ ਅਮੀਰ ਜਿਹੜੀ ਹੈ ਇਹ ਮਿਸਲ ਮੰਨੀ ਜਾਂਦੀ ਸੀ ਉਸ ਵੇਲੇ, ਕਿਉਂਕਿ ਇਹਨਾਂ ਦੇ ਕੋਲ ਪੈਸਾ ਔਰ ਏਰੀਆ ਖੇਤਰ ਜਿਹੜਾ ਸੀ ਉਹ ਬਹੁਤ ਜ਼ਿਆਦਾ ਸੀ। ਤੇ ਇਸ ਤਰੀਕੇ ਨਾਲ ਹਰੀ ਸਿੰਘ ਦੇ ਸਮੇਂ ਦੇ ਤੇ ਅਸੀਂ ਕਹਿ ਸਕਦੇ ਹਾਂ ਕਿ ਭੰਗੀ ਮਿਸਲ ਦੇ ਆਰਥਿਕ ਹਾਲਾਤ ਬਹੁਤ ਜ਼ਿਆਦਾ ਚੰਗੇ ਸਨ। ਸਰ, ਭੰਗੀ ਮਿਸਲ ਦੇ ਜਿਹੜੇ ਸਰਦਾਰ ਸੀ ਹਰੀ ਸਿੰਘ ਜੀ, ਉਹਨਾਂ ਦਾ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਨਾਲ ਕਿੰਨੀ ਕੁ ਨੇੜਤਾ ਸੀ ਤੇ ਉਹਨਾਂ ਨੇ ਆਪਸ ਵਿੱਚ ਮਿਲ ਕੇ ਕਿਹੜੇ ਕੰਮ ਕੀਤੇ? ਜੀ, ਬਹੁਤ ਇੱਕ ਸਹੀ ਸਵਾਲ ਹੈ ਕਿ ਆਹਲੂਵਾਲੀਆ ਸਰਦਾਰ ਇੱਕ ਬਹੁਤ ਹੀ ਕਾਮਯਾਬ ਮਿਸਲਦਾਰ ਅਖਵਾਉਂਦਾ ਹੈ ਤੇ ਉਹਨਾਂ ਦੇ ਸਮੇਂ ਦੇ ਵਿੱਚ ਮਿਸਲਾਂ ਨੇ ਜੋ ਤਰੱਕੀ ਕੀਤੀ ਹੈ ਉਹ ਲਾ ਮਿਸਾਲ ਹੈ, ਉਹਨਾਂ ਦਾ ਕੋਈ ਸਾਨੀ ਵੀ ਨਹੀਂ ਹੈ। ਜਦੋਂ 1761 ਦੀ ਗੱਲ ਆਪਾਂ ਪਹਿਲਾਂ ਵੀ ਕੀਤੀ ਸੀ, ਜਦੋਂ ਅਹਿਮਦ ਸ਼ਾਹ ਅਬਦਾਲੀ ਇੱਥੋਂ ਖਜ਼ਾਨਾ ਲੁੱਟ ਕੇ ਜਾ ਰਿਹਾ ਸੀਗਾ, ਦਿੱਲੀ ਦੇ ਸੁਲਤਾਨ ਨੂੰ ਨੀਵਾਂ ਦਿਖਾ ਕੇ ਜਿਸ ਵੇਲੇ ਉਹ ਵਾਪਸ ਜਾ ਰਿਹਾ ਸੀ, ਤਾਂ ਜਿਹੜਾ ਖਜ਼ਾਨਾ ਉਸ ਵੇਲੇ ਲੁੱਟਿਆ ਗਿਆ, ਆਪਾਂ ਉਸ ਵੇਲੇ ਜ਼ਿਕਰ ਕੀਤਾ ਸੀਗਾ ਕਿ ਉਸ ਦਲ ਦੀ ਸਰਦਾਰੀ ਜਿਹੜੀ ਹੈਗੀ ਉਹ ਜੱਸਾ ਸਿੰਘ ਆਹਲੂਵਾਲੀਆ ਦੇ ਹੱਥ ਸੀ। ਪਰ ਉਹ ਭੰਗੀ ਮਿਸਲ ਦੇ ਸਰਦਾਰ ਦੇ ਨਾਲ ਉਹਨਾਂ ਦੀ ਇੰਨੀ ਕੁ ਨੇੜਤਾ ਸੀਗੀ ਕਿ ਉਸ ਦੇ ਵਿੱਚ ਹਰੀ ਸਿੰਘ ਜੀ ਵੀ ਸ਼ਾਮਲ ਸੀ। ਹੁਣ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਉਹਨਾਂ ਨੇ ਅਫਗਾਨੀਆਂ ਤੇ ਹਮਲਾ ਕੀਤਾ ਤੇ ਹਮਲਾ ਕਰਨ ਵਾਲਿਆਂ ਵਿੱਚ ਭੰਗੀ ਮਿਸਲ ਦੇ ਸਰਦਾਰ ਹਰੀ ਸਿੰਘ ਵੀ ਨਾਲ ਜੁੜੇ ਹੋਏ ਸੀ। ਤੇ ਉੱਥੋਂ ਜੋ ਕੁਝ ਵੀ ਉਹਨਾਂ ਕੋਲੋਂ ਖੋਇਆ ਹੈ, ਚਾਹੇ ਉਹ ਪੈਸਾ ਧੇਲਾ ਸੀ, ਚਾਹੇ ਉਹ ਹਾਥੀ ਘੋੜੇ ਸੀ ਤੇ ਚਾਹੇ ਉਹ ਅਸਤਰ ਸ਼ਸਤਰ ਸੀ, ਉਹ ਸਾਰੇ ਇਹਨਾਂ ਨੇ ਆਪਸ ਦੇ ਵਿੱਚ ਫਿਰ ਉਹ ਵੰਡੇ ਸੀਗੇ। ਤੇ ਇਸ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਨਾਲ ਹਰੀ ਸਿੰਘ ਦੇ ਬਹੁਤ ਹੀ ਨੇੜਲੇ ਸੰਬੰਧ ਸਨ। ਇੱਥੋਂ ਤੱਕ ਵੀ ਕਿਹਾ ਜਾਂਦਾ ਹੈ ਕਿ ਬਾਅਦ ਦੇ ਵਿੱਚ ਜਿਹੜਾ ਜੰਮੂ ਦਾ ਹਾਕਮ ਸੀਗਾ ਰਣਜੀਤ ਦੇਵ, ਉਸ ਨੂੰ ਸੁਨੇਹਾ ਘੱਲਿਆ ਗਿਆ ਕਿ ਤੂੰ ਸਾਡੀ ਈਨ ਮੰਨ ਲੈ, ਨਹੀਂ ਤਾਂ ਫਿਰ ਅਸੀਂ ਤੇਰੇ ਨਾਲ ਵੀ ਉਹੀ ਹਾਲ ਕਰਾਂਗੇ ਜਿਹੜਾ ਅਸੀਂ ਬਾਕੀ ਅਫਗਾਨਾਂ ਨਾਲ ਜਾਂ ਅਸੀਂ ਮੁਗਲਾਂ ਦੇ ਨਾਲ ਕਰਦੇ ਆ ਰਹੇ ਹਾਂ। ਤੇ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਰਣਜੀਤ ਦੇਵ ਨੇ ਆਪਣਾ ਕਾਸਿਦ ਭੇਜਿਆ ਤੇ ਉਸਨੇ ਹਰੀ ਸਿੰਘ ਨੂੰ ਕਿਹਾ ਕਿ ਤੁਸੀਂ ਖੁਦ ਵੀ ਤੁਸੀਂ ਸਾਡੇ ਇਲਾਕੇ 'ਚ ਨਾ ਆਇਓ ਤੇ ਜੱਸਾ ਸਿੰਘ ਆਹਲੂਵਾਲੀਆ ਨੂੰ ਵੀ ਕਹਿ ਦਿਓ ਕਿ ਸਾਡੇ ਤੇ ਹਮਲਾ ਨਾ ਕੀਤਾ ਜਾਵੇ ਤੇ ਅਸੀਂ ਤੁਹਾਨੂੰ ਜਿਹੜਾ ਹੈ ਸਾਲਾਨਾ ਪੈਸਾ ਜਿਹੜਾ ਹੈਗਾ ਤਕਰੀਬਨ 10,000 ਰੁਪਏ ਸਾਲਾਨਾ ਕਿਹਾ ਜਾਂਦਾ ਹੈ ਕਿ ਉਹ ਉਹਨਾਂ ਨੇ ਦੇਣਾ ਮੰਨ ਲਿਆ। ਉਹਨਾਂ ਨੇ ਇਹਨਾਂ ਦੇ ਸਾਹਮਣੇ ਜਿੱਦਾਂ ਆਪਾਂ ਕਹਿੰਦੇ ਈਨ ਮੰਨ ਲਈ, ਸਿਰ ਝੁਕਾ ਲਿਆ। ਤੇ ਇਹਨਾਂ ਘਟਨਾਵਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਜੱਸਾ ਸਿੰਘ ਆਹਲੂਵਾਲੀਆ ਤੇ ਹਰੀ ਸਿੰਘ ਭੰਗੀ ਆਪਸ ਵਿੱਚ ਬਹੁਤ ਮਿਲ ਜੁਲ ਕੇ ਕੰਮ ਕਰਦੇ ਸਨ। ਸਰ, ਜਿੱਤ ਦੀ ਗੱਲ ਕਰੀਏ ਤਾਂ ਸਰਦਾਰ ਹਰੀ ਸਿੰਘ ਦੀਆਂ ਜਿੱਤਾਂ ਵਿੱਚ ਕੀ ਖਾਸ ਸੀਗਾ ਤੇ ਬਾਕੀ ਮਿਸਲਾਂ ਦੇ ਸਰਦਾਰ ਉਹਨਾਂ ਬਾਰੇ ਕੀ ਰਾਏ ਰੱਖਦੇ ਸੀ? ਜਿੱਥੋਂ ਤੱਕ ਜਿੱਤਾਂ ਦਾ ਸਵਾਲ ਹੈ, ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਹਰੀ ਸਿੰਘ ਨੇ ਜਦੋਂ ਭੰਗੀ ਮਿਸਲ ਦਾ ਵਿਸਤਾਰ ਕੀਤਾ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਇਹ ਵੇਖਿਆ ਕਿ ਉਹਨਾਂ ਦੇ ਨੇੜੇ ਤੇੜੇ ਮੁਗਲਾਂ ਦੇ ਉਹ ਕਿਹੜੇ ਇਲਾਕੇ ਹਨ ਜਿਹੜੇ ਕਿ ਕਮਜ਼ੋਰ ਨੇ ਤੇ ਜਾਂ ਫਿਰ ਇਹ ਕਹਿ ਸਕਦੇ ਕਿ ਜਿੱਥੇ ਕਿ ਫੌਜੀ ਸਹਾਇਤਾ ਬਹੁਤ ਦੇਰ ਨਾਲ ਪਹੁੰਚ ਸਕਦੀ ਹੈ। ਤੇ ਉਹਨਾਂ ਨੇ ਹਮਲੇ ਕਰਕੇ ਬਹੁਤ ਸਾਰੇ ਖੇਤਰ ਨੂੰ ਜਿੱਤ ਲਿਆ ਤੇ ਇਸ ਤੋਂ ਬਾਅਦ ਹੀ ਉਹ ਜਿਹੜਾ ਹੈ ਇਹ ਜਿਹੜੀ ਮਿਸਲ ਹੈ ਸਭ ਤੋਂ ਜ਼ਿਆਦਾ ਅਮੀਰ ਮਿਸਲ
ਅਖਵਾਉਣ ਲੱਗੀ ਸੀ। ਹਾਂਜੀ। ਤੇ ਉਸ ਤੋਂ ਬਾਅਦ ਇਹਨਾਂ ਨੇ ਬਾਕੀ ਸਰਦਾਰਾਂ ਦੇ ਨਾਲ ਮਿਲ ਕੇ ਹਾਂਜੀ। ਸਰਹੰਦ ਤੇ ਹਮਲਾ ਕੀਤਾ। ਜੀ। ਹੁਣ ਦੇਖੋ ਸਰਹੰਦ ਸ਼ਹਿਰ ਜਿਹੜਾ ਹੈਗਾ ਸਿੱਖਾਂ ਦੇ ਲਈ ਬਹੁਤ ਹੀ ਮਹੱਤਵਪੂਰਨ ਥਾਂ ਹੈ, ਬੜਾ ਇਤਿਹਾਸਿਕ ਥਾਂ ਹੈ। ਇੱਥੇ ਵਾਰ-ਵਾਰ ਸਿੱਖਾਂ ਨੇ ਕਬਜ਼ਾ ਕੀਤਾ, ਵਾਰ-ਵਾਰ ਮੁਗਲਾਂ ਨੇ ਉਸ ਨੂੰ ਛੁਡਾਇਆ। ਜਦੋਂ ਅਫਗਾਨੀਆਂ ਦਾ ਦੌਰ ਆਇਆ ਤਾਂ ਉਹਨਾਂ ਨੇ ਵੀ ਸਿੱਖਾਂ ਦੇ ਕਬਜ਼ੇ ਚੋਂ ਇਸ ਨੂੰ ਬਾਹਰ ਕੱਢਿਆ। ਪਰ ਜਦੋਂ ਵੀ ਮੌਕਾ ਮਿਲਦਾ ਸੀ ਸਿੱਖ ਫੇਰ ਤੋਂ ਸਰਹੰਦ ਉੱਤੇ ਕਬਜ਼ਾ ਕਰ ਲੈਂਦੇ ਸਨ, ਕਿਉਂਕਿ ਉਹ ਸਰਹੰਦ ਦੇ ਉੱਤੇ ਕਬਜ਼ਾ ਜਾਰੀ ਰੱਖਣਾ ਆਪਣਾ ਫਰਜ਼ ਵੀ ਸਮਝਦੇ ਸਨ। ਜਦੋਂ ਸਰਹੰਦ ਤੇ ਕਬਜ਼ਾ ਹੋ ਗਿਆ ਤਾਂ ਬਾਕੀ ਦੇ ਜਿਹੜੇ ਸਰਦਾਰ ਸੀ ਉਹਨਾਂ ਦੇ ਵਿੱਚ ਇੱਕ ਸੁਨੇਹਾ ਗਿਆ ਕਿ ਹਰੀ ਸਿੰਘ ਜਿਹੜਾ ਹੈਗਾ ਉਹ ਆਪਣੇ ਮਨਸੂਬੇ ਦਾ ਪੱਕਾ ਆਦਮੀ ਹੈ ਤੇ ਉਹ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਵੈਲੀ ਦੇ ਨਾਲ ਲੋਹਾ ਲੈਣ ਲਈ ਤਿਆਰ ਹੈ। ਥੋੜੀ ਦੇਰ ਦੀ ਸ਼ਾਂਤੀ ਤੋਂ ਬਾਅਦ ਹਰੀ ਸਿੰਘ ਨੇ ਅਫਗਾਨ ਮਾਫ ਕਰਨਾ ਮੁਲਤਾਨ ਅਤੇ ਕਸੂਰ ਦੇ ਖੇਤਰਾਂ ਦੇ ਉੱਤੇ ਵੀ ਹਮਲਾ ਕੀਤਾ ਅਤੇ ਹਮਲਾ ਕਰਕੇ ਉਹਨਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਉਹਦੇ ਨਾਲ ਇੱਕ ਹੋਰ ਸੁਨੇਹਾ ਚਲੇ ਗਿਆ ਕਿ ਹੁਣ ਹਰੀ ਸਿੰਘ ਭੰਗੀ ਜੋ ਹੈ ਇਹ ਬਹੁਤ ਜ਼ਿਆਦਾ ਤਾਕਤਵਰ ਹੁੰਦਾ ਜਾ ਰਿਹਾ ਹੈ ਤੇ ਉਹਦੇ ਨਾਲ ਇਸੇ ਕਰਕੇ ਬਹੁਤ ਸਾਰੇ ਲੋਕ ਹੋਰ ਜੁੜ ਗਏ। ਇੱਕ ਪਾਸੇ ਉਹਦੀ ਫੌਜ ਦਾ ਵਿਸਤਾਰ ਹੋ ਰਿਹਾ ਸੀ, ਦੂਜੇ ਪਾਸੇ ਉਹਦੇ ਖੇਤਰ ਦਾ ਵਿਸਤਾਰ ਹੋ ਰਿਹਾ ਸੀ ਤੇ ਤੀਜੇ ਪਾਸੇ ਉਹਦੀ ਜਿਹੜੀ ਖਿਆਤੀ ਸੀ, ਜਿਹੜੀ ਪ੍ਰਸਿੱਧੀ ਸੀ, ਉਸ ਦਾ ਵੀ ਵਿਸਤਾਰ ਨਾਲ ਦੇ ਨਾਲ ਹੋ ਰਿਹਾ ਸੀਗਾ। ਕਹਿੰਦੇ ਨੇ ਕਿ ਮੌਕਾ ਮਿਲਣ ਦੇ ਉੱਤੇ ਡੇਰਾ ਗਾਜ਼ੀ ਖਾਨ ਤੇ ਡੇਰਾ ਇਸਮਾਇਲ ਖਾਨ ਦੇ ਉੱਤੇ ਵੀ ਹਰੀ ਸਿੰਘ ਭੰਗੀ ਨੇ ਹਮਲਾ ਕਰਿਆ, ਲੇਕਿਨ ਉੱਥੇ ਦੇ ਜਿਹੜੇ ਸਰਦਾਰ ਸੀਗੇ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਪਿੱਛੇ ਮੁੜ ਜਾਓ ਤੇ ਅਸੀਂ ਤੁਹਾਡੇ ਮੂਹਰੇ ਅਸੀਂ ਹੱਥ ਖੜੇ ਕਰਦੇ ਆਂ, ਈਨ ਮੰਨਦੇ ਆਂ ਤੇ ਤੁਹਾਨੂੰ ਅਸੀਂ ਨਜ਼ਰਾਨਾ ਵੀ ਦੇਵਾਂਗੇ ਤੇ ਅਸੀਂ ਤੁਹਾਨੂੰ ਹਰ ਸਾਲ ਜੋ ਤੁਸੀਂ ਮੁਕਰਰ ਕਰੋ ਉਹ ਪੈਸਾ ਵੀ ਤੁਹਾਡੇ ਦਰਬਾਰ 'ਚ ਪਹੁੰਚਾ ਦਿਆਂਗੇ, ਪਰ ਤੁਸੀਂ ਸਾਡੇ ਖੇਤਰ ਦੇ ਉੱਤੇ ਹਮਲਾ ਨਾ ਕਰੋ। ਫਿਰ ਹੋਇਆ ਇਹ ਕਿ ਡੇਰਾ ਗਾਜ਼ੀ ਖਾਨ ਤੇ ਡੇਰਾ ਇਸਮਾਇਲ ਖਾਨ ਦੇ ਉੱਤੇ ਇਹਨਾਂ ਨੇ ਮਤਲਬ ਉਸ ਜਗ੍ਹਾ ਦੇ ਉੱਤੇ ਹਮਲਾ ਨਹੀਂ ਕੀਤਾ ਜਦੋਂ ਕਿ ਉਹਨਾਂ ਦੇ ਨੇੜੇ ਪਹੁੰਚ ਚੁੱਕੇ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਜੋ ਵੀ ਨਜ਼ਰਾਨਾ ਸੀ, ਜੋ ਇਫਜ਼ਾਨਾ ਸੀ, ਉਹ ਇਹਨਾਂ ਨੇ ਦਿੱਤਾ ਤੇ ਇਹ 1764 ਦੀ ਗੱਲ ਹੈ ਜਦੋਂ ਕਿ ਹਰੀ ਸਿੰਘ ਭੰਗੀ ਨੇ ਬਹੁਤ ਸਾਰੇ ਲੋਕਾਂ ਤੋਂ ਈਨ ਮਨਾ ਲਈ ਸੀ। ਸਰ ਸਰਦਾਰ ਹਰੀ ਸਿੰਘ ਜੀ ਨੇ ਕਾਫੀ ਹਾਕਮਾਂ ਤੋਂ ਈਨ ਮਨਵਾਈ ਤੇ ਪਟਿਆਲਾ ਦੇ ਜਿਹੜੇ ਜਥੇਦਾਰ ਆਲਾ ਸਿੰਘ ਸੀ ਉਹਨਾਂ ਤੇ ਹਮਲਾ ਉਹਨਾਂ ਨੇ ਕਿਉਂ ਕਰਵਾਇਆ ਸੀਗਾ? ਜੀ ਇਹ ਬਹੁਤ ਹੀ ਮਹੱਤਵਪੂਰਨ ਸਵਾਲ ਹੈ ਕਿ ਬਾਬਾ ਆਲਾ ਸਿੰਘ ਜਿਹੜੇ ਸੀਗੇ ਉਹ ਪਟਿਆਲਾ ਮਿਸਲ ਦੇ ਸਰਦਾਰ ਸੀਗੇ ਤੇ ਸਿੱਖ ਵੀ ਸੀਗੇ। ਇਸ ਦੇ ਬਾਵਜੂਦ ਉਹਨਾਂ ਨੇ ਹਰੀ ਸਿੰਘ ਭੰਗੀ ਨੇ ਇਸ ਦੇ ਬਾਵਜੂਦ ਕਿਉਂ ਉਹਨਾਂ ਦੇ ਉੱਤੇ ਹਮਲਾ ਕੀਤਾ? ਦਰਅਸਲ ਕਾਰਨ ਤਾਂ ਇੱਕੋ ਸੀਗਾ, ਜਿਸ ਤੋਂ ਸਾਰੇ ਹੀ ਸਿੱਖ ਸਰਦਾਰ ਜਾਂ ਮਿਸਲਾਂ ਦੇ ਸਰਦਾਰ ਖਫਾ ਸਨ। ਉਹ ਕਾਰਨ ਇਹ ਸੀ ਜਦੋਂ ਅਹਿਮਦ ਸ਼ਾਹ ਅਬਦਾਲੀ ਇੱਥੇ ਆਇਆ ਹੈ ਤੇ ਬਾਬਾ ਆਲਾ ਸਿੰਘ ਨੇ ਬਜਾਏ ਉਸ ਦਾ ਵਿਰੋਧ ਕਰਨ ਦੇ ਉਹਦੇ ਅੱਗੇ ਹੱਥ ਖੜੇ ਕਰ ਦਿੱਤੇ। ਹੁਣ ਇਹ ਗੱਲ ਕਿੰਨੀ ਕੁ ਸਹੀ ਹੈ ਇਹ ਤਾਂ ਮੈਂ ਨਹੀਂ ਕਹਿ ਸਕਦਾ, ਕਿਉਂਕਿ ਇਤਿਹਾਸਕਾਰਾਂ ਦੇ ਵਿੱਚ ਵੀ ਵੱਖੋ ਵੱਖ ਰਾਏ ਹੈ ਇਸ ਚੀਜ਼ ਨੂੰ ਲੈ ਕੇ। ਕੁਝ ਕਹਿੰਦੇ ਨੇ ਕਿ ਨਹੀਂ ਉਹਨੇ ਸਿਰਫ ਰਾਹ ਦਿੱਤਾ ਸੀ ਤੇ ਕੁਝ ਕਹਿੰਦੇ ਕਿ ਨਹੀਂ ਉਹਨੇ ਉਹਦਾ ਸਾਥ ਦਿੱਤਾ ਸੀਗਾ। ਤੇ ਜਿੱਥੋਂ ਤੱਕ ਹਰੀ ਸਿੰਘ ਭੰਗੀ ਦਾ ਸਵਾਲ ਹੈ ਉਸ ਨੂੰ ਵੀ ਇਹੀ ਪਤਾ ਲੱਗਿਆ ਸੀ ਕਿ ਬਾਬਾ ਆਲਾ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਦਾ ਰਾਹ ਰੋਕਣ ਦੀ ਬਜਾਏ ਉਸਦਾ ਸਾਥ ਦਿੱਤਾ। ਉਸਦਾ ਸਾਥ ਦੇਣ ਦਾ ਮਤਲਬ ਇਹ ਸੀਗਾ ਕਿ ਇਹ ਸਭ ਕੁਝ ਸਿੱਖਾਂ ਦੇ ਖਿਲਾਫ ਜਾ ਰਿਹਾ ਸੀ। ਕੁਝ ਸਿੱਖ ਸਿਆਣੇ ਸੀਗੇ, ਜੱਸਾ ਸਿੰਘ ਆਹਲੂਵਾਲੀਆ ਜੀ ਵਰਗੇ, ਜਿਨ੍ਹਾਂ ਨੇ ਵਿਰੋਧ ਤਾਂ ਜਤਾਇਆ ਪਰ ਇਸ ਹੱਦ ਤੱਕ ਨਹੀਂ ਗਏ। ਪਰ ਫਿਰ ਵੀ ਹਰੀ ਸਿੰਘ ਭੰਗੀ ਤੋਂ ਰਿਹਾ ਨਹੀਂ ਗਿਆ ਤੇ ਉਹਨਾਂ ਨੇ ਕਿਹਾ ਕਿ ਜੇਕਰ ਬਾਬਾ ਆਲਾ ਸਿੰਘ ਨੂੰ ਨਾ ਰੋਕਿਆ ਜਾਵੇ, ਨਾ ਰੋਕਿਆ ਗਿਆ ਤਾਂ ਅੱਗੇ ਵਾਸਤੇ ਕੁਝ ਵੀ ਕਰਨਗੇ। ਮੈਨੂੰ ਇੱਕ ਹੋਰ ਛੋਟੀ ਜਿਹੀ ਘਟਨਾ ਯਾਦ ਆ ਰਹੀ ਹੈ। ਜਦੋਂ ਆਪਾਂ ਪਿਛਲੀ ਵਾਰੀ ਵੱਡੇ ਘੱਲੂਘਾਰੇ ਦੀ ਗੱਲ ਕਰ ਰਹੇ ਸੀਗੇ ਤਾਂ ਜਿਸ ਵੇਲੇ ਕੁੱਪ ਰਹੀੜਾ ਦੇ ਵਿੱਚ ਫਸੇ ਹੋਏ ਸਿੰਘ ਜਿਹੜੇ ਸੀਗੇ, ਜਿਸ ਵੇਲੇ ਉਹਨਾਂ ਨੇ ਬਰਨਾਲੇ ਵੱਲ ਨੂੰ ਚਾਲੇ ਪਾਏ ਨੇ ਤੇ ਪਿੱਛੇ ਅਬਦਾਲੀ ਸੀਗਾ ਤੇ ਅੱਗੇ ਜਿਹੜੇ ਸੀਗੇ ਉਹ ਮਲੇਰਕੋਟਲਾ ਦਾ ਨਵਾਬ ਭੀਕਨ ਸ਼ਾਹ ਤੇ ਆਪਣਾ ਸੂਬੇਦਾਰ ਸਰਹੰਦ ਦਾ ਜਿਹੜਾ ਸੀਗਾ ਜੈਨ ਖਾਨ, ਉਹ ਰਸਤਾ ਰੋਕ ਕੇ ਖੜੇ ਸੀ ਅੱਗੇ ਪਿੱਛੇ। ਤਾਂ ਉਹਨਾਂ ਨੂੰ ਇਸ ਵੇਲੇ ਇਹ ਉਮੀਦ ਸੀ, ਜੱਸਾ ਸਿੰਘ ਆਹਲੂਵਾਲੀਆ ਨੇ ਸੁਨੇਹਾ ਵੀ ਭੇਜਿਆ ਸੀਗਾ ਕਿ ਬਾਬਾ ਆਲਾ ਸਿੰਘ ਪਟਿਆਲੇ ਤੋਂ ਆ ਕੇ ਰਸਤੇ ਵਿੱਚ ਉਹਨਾਂ ਦੀ ਸਹਾਇਤਾ ਕਰੇ, ਪਰ ਉਹਨੇ ਨਹੀਂ ਕੀਤੀ ਸੀ ਤੇ ਇਸ ਚੀਜ਼ ਦਾ ਵੀ ਸਾਰਿਆਂ ਨੂੰ ਬਹੁਤ ਜ਼ਿਆਦਾ ਦੁੱਖ ਸੀਗਾ। ਤੇ ਹੁਣ ਜਦੋਂ ਹਰੀ ਸਿੰਘ ਭੰਗੀ ਨੂੰ ਲੱਗਿਆ ਕਿ ਉਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਦੀ ਈਨ ਮੰਨ ਲਈ ਹੈ ਤੇ ਉਹ ਸਿੱਖਾਂ ਦਾ ਸਾਥ ਨਹੀਂ ਦੇ ਰਹੇ, ਤਾਂ ਉਹਨਾਂ ਨੇ ਇਸ ਗੱਲ ਤੋਂ ਖਫਾ ਹੋ ਕੇ ਉਹਦੇ ਤੇ ਹਮਲਾ ਕਰ ਦਿੱਤਾ। ਪਰ ਇਹ ਬਹੁਤ ਵੱਡੀ ਬਦਕਿਸਮਤੀ ਦੀ ਗੱਲ ਹੈਗੀ ਹੈ ਕਿ ਇਸ ਹਮਲੇ ਦੌਰਾਨ ਹਰੀ ਸਿੰਘ ਭੰਗੀ ਦੀ ਹੀ ਮੌਤ ਹੋ ਗਈ ਸੀ। ਸਰ ਸੁਣਿਆ ਸਰਦਾਰ ਝੰਡਾ ਸਿੰਘ ਜੀ ਦਾ ਕਤਲ ਹੋ ਗਿਆ ਸੀ, ਇਸ ਦੇ ਪਿੱਛੇ ਕੀ ਕਾਰਨ ਸੀ?
ਕਾਰਨ ਤਾਂ ਬਿਲਕੁਲ ਸਾਫ਼ ਹੈ, ਉਹਨਾਂ ਦੀ ਵੱਧਦੀ ਹੋਈ ਤਾਕਤ ਨੂੰ ਲੋਕ ਝੱਲ ਨਹੀਂ ਰਹੇ ਸਨ ਜੀ। ਤੇ ਕਿ ਜ਼ਰੂਰੀ ਨਹੀਂ ਕਿ ਦੂਜੇ ਜਿਹੜੇ ਹਮਲਾਵਰ ਸਨ ਅਫਗਾਨੀ ਜਾਂ ਮੁਗਲਿਆ ਸਲਤਨਤ ਦੇ ਜਿਹੜੇ ਪੈਰੋਕਾਰ ਸੀ, ਜ਼ਰੂਰੀ ਨਹੀਂ ਕਿ ਉਹੀ ਸਰਦਾਰ ਝੰਡਾ ਸਿੰਘ ਦਾ ਵਿਰੋਧ ਕਰਦੇ ਹੋਣ। ਅੰਦਰ ਖਾਤੇ ਵੀ ਕੁਝ ਲੋਕ ਅਜਿਹੇ ਸਨ ਜਿਹੜੇ ਕਿ ਆਪਣੀ ਤਾਕਤ ਨੂੰ ਵਧਾਉਣਾ ਚਾਹੁੰਦੇ ਸਨ, ਇਸ ਲਈ ਉਹ ਉਸ ਤੋਂ ਖਿਲਾਫ ਚੱਲ ਰਹੇ ਸਨ। ਕਾਲਾ ਬਾਗ ਅਤੇ ਮਾਨਖੇੜਾ ਤੇ ਜਦੋਂ ਇਹਨਾਂ ਨੇ ਹਮਲਾ ਕੀਤਾ ਤੇ ਉਹਨੂੰ ਆਪਣੇ ਕਬਜ਼ੇ 'ਚ ਲੈ ਲਿਆ ਤਾਂ ਇਹਨਾਂ ਦਾ ਇਹ ਵਿਸਤਾਰ ਦੇਖ ਕੇ ਗੱਲ ਫੇਰ ਚਾਰੇ ਪਾਸੇ ਫੈਲ ਗਈ ਕਿ ਝੰਡਾ ਸਿੰਘ ਕਿਸੇ ਵੀ ਤਰੀਕੇ ਨਾਲ ਰੁਕ ਨਹੀਂ ਰਿਹਾ। ਦੱਸਿਆ ਜਾਂਦਾ ਹੈ ਕਿ ਇਹਨਾਂ ਦੇ ਦੋ ਸਿਪਾਹ ਸਲਾਰ ਸੀਗੇ, ਲਹਿਣਾ ਸਿੰਘ ਤੇ ਗੁੱਜਰ ਸਿੰਘ, ਉਹਨਾਂ ਦੋਨਾਂ ਨੇ ਜਾ ਕੇ ਲਾਹੌਰ ਤੇ ਕਬਜ਼ਾ ਕਰ ਲਿਆ। ਇਹ ਲਾਹੌਰ ਤੇ ਕਬਜ਼ਾ ਕਰਨ ਦੀ ਗੱਲ ਬਾਰ-ਬਾਰ ਆਉਂਦੀ ਹੈ ਤੇ ਜਦੋਂ ਵੀ ਕੋਈ ਨੇਤਾ, ਕੋਈ ਲੀਡਰ, ਕੋਈ ਸਰਦਾਰ ਲਾਹੌਰ ਤੇ ਕਬਜ਼ਾ ਕਰਦਾ ਸੀ ਤਾਂ ਉਸ ਦਾ ਅਸਰ ਜਿਹੜਾ ਹੈ ਬਹੁਤ ਦੂਰ ਤੱਕ ਫੈਲਦਾ ਸੀ, ਕਿਉਂਕਿ ਲਾਹੌਰ ਇੱਕ ਬਹੁਤ ਹੀ ਕੇਂਦਰੀ ਸਥਲ ਸੀਗਾ ਤੇ ਇੱਕ ਕਿਸਮ ਦੀ ਰਾਜਧਾਨੀ ਸੀਗਾ ਉਹ ਸਭਨਾਂ ਦੀ। ਜਿਹੜਾ ਵੀ ਕੋਈ ਨੇਤਾ ਆਇਆ ਤੇ ਇਸ ਤਰੀਕੇ ਨਾਲ ਉਹਦੇ ਤੇ ਕਬਜ਼ਾ ਕਰਨ ਦਾ ਜਿਹੜਾ ਹੈ ਸੁਨੇਹਾ ਜਦੋਂ ਬਾਹਰ ਦੂਜੇ ਸਰਦਾਰਾਂ ਕੋਲ ਗਿਆ ਤਾਂ ਇਹ ਵੀ ਇੱਕ ਉਹਨਾਂ ਦੇ ਪ੍ਰਤੀ ਚਿੰਤਾ ਦਾ ਵਿਸ਼ਾ ਸੀ। ਹੁਣ ਇਹ ਦੱਸਿਆ ਜਾਂਦਾ ਕਿ ਚਨਾਬ ਔਰ ਜੇਹਲਮ ਦਰਿਆਵਾਂ ਦੇ ਵਿਚਕਾਰ ਦੀ ਜਿਹੜੀ ਜ਼ਮੀਨ ਸੀ ਉਹਦੇ ਤੇ ਇਹਨਾਂ ਦੀ ਅੱਖ ਗਈ ਤੇ ਇਹਨਾਂ ਨੇ ਉਹਦੇ ਤੇ ਵੀ ਕਬਜ਼ਾ ਕਰ ਲਿਆ। ਇਹ ਸਭ ਕੁਝ ਕਰਦੇ ਕਰਾਉਂਦੇ ਇਹ ਰਾਵਲਪਿੰਡੀ ਤੇ ਅਧਿਕਾਰ ਕਰਕੇ ਬੈਠ ਗਏ। ਹੁਣ ਤੁਸੀਂ ਦੇਖੋ, ਲਾਹੌਰ ਹੈ, ਰਾਵਲਪਿੰਡੀ ਹੈ, ਇਹ ਸਾਰੇ ਖੇਤਰਾਂ ਦੇ ਉੱਤੇ ਕਬਜ਼ਾ ਕਰਨ ਵਾਲਾ ਸਿੰਘ ਕਿੰਨਾ ਕੁ ਤਕੜਾ ਹੋਵੇਗਾ, ਤੁਸੀਂ ਅੰਦਾਜ਼ਾ ਆਪੇ ਲਗਾ ਸਕਦੇ ਹੋ। ਇਸ ਤੋਂ ਬਾਅਦ ਇਹਨਾਂ ਨੇ ਜੋ ਇੱਕ ਕੰਮ ਕੀਤਾ ਅੰਮ੍ਰਿਤਸਰ ਸਾਹਿਬ ਤੇ ਜਾ ਕੇ ਕਬਜ਼ਾ ਕਰਨ ਦਾ, ਉਸ ਤੋਂ ਬਾਅਦ ਇਹਨਾਂ ਦੇ ਸਿੰਘਾਂ ਦੇ ਨਾਲ, ਆਪਣੇ ਹੀ ਸਿੱਖਾਂ ਦੇ ਨਾਲ ਕੁਝ ਹਾਲਾਤ ਜਿਹੜੇ ਸੀਗੇ, ਕੁਝ ਤਾਲੁਕਾਤ ਜਿਹੜੇ ਸੀਗੇ, ਜਿਹੜੇ ਸੰਬੰਧ ਇਹਨਾਂ ਦੇ ਆਪਸੀ ਸੀਗੇ ਉਹ ਖਰਾਬ ਹੋਏ। ਇਸੇ ਕਾਰਨ ਦੱਸਿਆ ਜਾਂਦਾ ਹੈ ਕਿ ਜੈ ਸਿੰਘ ਕਨ੍ਹਈਆ, ਜਿਹੜਾ ਕਿ ਕਨ੍ਹਈਆ ਮਿਸਲ ਦਾ ਸਰਦਾਰ ਸੀਗਾ, ਉਸਨੂੰ ਇਹ ਗੱਲ ਗਵਾਰਾ ਨਹੀਂ ਸੀ। ਇਹ ਗੱਲ ਕੁਝ ਇਤਿਹਾਸਕਾਰ ਤਾਂ ਮੰਨਦੇ ਨੇ ਕਿ ਜੈ ਸਿੰਘ ਨੇ ਹੀ ਆਪਣਾ ਇੱਕ ਸ਼ਖਸ ਭੇਜ ਕੇ ਤੇ ਝੰਡਾ ਸਿੰਘ ਦਾ ਕਤਲ ਕਰਵਾਇਆ ਸੀ, ਪਰ ਕੁਝ ਇਤਿਹਾਸਕਾਰ ਕਹਿੰਦੇ ਕਿ ਨਹੀਂ, ਜੈ ਸਿੰਘ ਕਨ੍ਹਈਆ ਭਾਵੇਂ ਜਿੰਨਾ ਮਰਜ਼ੀ ਉਸਦੇ ਖਿਲਾਫ ਗਿਆ ਹੋਵੇ ਪਰ ਇਸ ਹੱਦ ਤੱਕ ਉਹ ਨਹੀਂ ਜਾ ਸਕਦਾ। ਤੇ ਇਸ ਗੱਲ ਲਈ ਕੌਣ ਜ਼ਿੰਮੇਵਾਰ ਸੀ ਇਹਦਾ ਨਹੀਂ ਦੱਸਿਆ ਜਾ ਸਕਦਾ, ਕਿਹਾ ਨਹੀਂ ਜਾ ਸਕਦਾ, ਕਿਉਂਕਿ ਉਹਨਾਂ ਦਾ ਸਮਕਾਲੀ ਕੋਈ ਵੀ ਲੇਖਕ ਅਜਿਹਾ ਨਹੀਂ ਸੀ ਜਿਸਨੇ ਆਪਣੀ ਕਿਸੇ ਕਿਤਾਬ ਦੇ ਵਿੱਚ ਜਾਂ ਕਿਸੇ ਰਚਨਾ 'ਚ ਜਾਂ ਕਿਸੇ ਕਵਿਤਾ ਦੇ ਵਿੱਚ ਝੰਡਾ ਸਿੰਘ ਦੇ ਕਤਲ ਦੀ ਜਾਂ ਉਹਨਾਂ ਦੇ ਅਕਾਲ ਚਲਾਣੇ ਦਾ ਜ਼ਿਕਰ ਕੀਤਾ ਹੋਵੇ। ਇਸ ਕਰਕੇ ਅੱਜ ਵੀ ਇਹ ਇੱਕ ਰਹੱਸ ਬਣਿਆ ਹੋਇਆ ਹੈ ਕਿ ਉਹਨਾਂ ਦਾ ਜੇਕਰ ਕਤਲ ਹੋਇਆ ਸੀ ਤਾਂ ਉਹ ਕਿਸ ਨੇ ਕੀਤਾ ਸੀ।